ਵਾਹਿਗੁਰੂ ਸਾਹਿਬ ਜੀ। ਦਸਮ ਕਥਾ ਭਾਗਵਤ ਕੀ। ਭਾਖਾ ਕਰੀ ਬਨਾਏ, ਅਵਰ ਬਾਸਨਾ ਨਾਹਿ ਪ੍ਰਭ। ਧਰਮ ਜੁਧ ਕੇ ਚਾਏ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਆਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਗੁਰਸੰਗਤ ਜੀਓ, ਜਿਸ ਪ੍ਰਕਾਰ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਜੋ ਸੰਥਿਆ ਦੀ ਪ੍ਰਾਰੰਭਤਾ ਤੋਂ ਪਹਿਲਾਂ ਜੋ ਇਹ ਕੁਝ ਵਿਚਾਰਾਂ ਕਰਨੀਆਂ ਬਹੁਤ ਲਾਜ਼ਮੀ ਹਨ। ਸਭ ਤੋਂ ਪਹਿਲਾਂ ਜਿਵੇਂ ਉਥਾਨਕਾਂ ਦੀ ਬਾਬਤ ਆਪ ਜੀ ਦੇ ਨਾਲ ਸਾਂਝ ਪਾਈ ਗਈ ਸੀ ਕਿ ਇਹ ਜਾਪ ਸਾਹਿਬ ਜਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਗਈ ਸੰਪੂਰਨ ਰਚਨਾ ਬਾਣੀ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਔਰ ਕਥਾ ਕਿਸ ਜਗ੍ਹਾ 'ਤੇ ਹੋਈ ਸੀ, ਉਸ ਦੀ ਬਾਬਤ ਆਪ ਜੀ ਵਿਚਾਰ ਸ਼ਰਵਣ ਕਰ ਚੁੱਕੇ ਹੋ। ਇਸ ਤੋਂ ਅੱਗੇ ਇਹ ਵਿਚਾਰ ਕਰਨੀ ਬਹੁਤ ਲਾਜ਼ਮੀ ਹੈ ਕਿ ਜੋ ਦਸਮ ਗ੍ਰੰਥ ਸਾਹਿਬ ਦੀ ਪਾਵਨ ਗੁਰਸਿੱਖੀ ਦੇ ਅੰਦਰ ਕੀ ਮਹੱਤਤਾ ਹੈ, ਔਰ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਔਰ ਇਸ ਦੇ ਅਰਥ ਕਰਨ ਦੇ ਲਈ ਸ੍ਰੀ ਦਸਮ ਬਾਣੀ ਦਾ ਪੜ੍ਹਿਆ ਹੋਣਾ ਕਿਤਨਾ ਕੁ ਲਾਜ਼ਮੀ ਹੈ। ਅਤੇ ਆਖਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੀ ਐਸੀ ਲੋੜ ਪਈ ਕਿ ਜਿਹੜੀ ਦਸਮ ਬਾਣੀ ਹੈ ਇਸ ਨੂੰ ਰਚਨਾ ਕੀਤਾ। ਸੋ ਇਸ ਦੀ ਬਾਬਤ ਕੁਝ ਇਸ ਪ੍ਰਕਾਰ ਵਿਚਾਰ ਹੈ ਕਿ ਪਹਿਲਾਂ ਤਾਂ ਜਦੋਂ ਅਸੀਂ ਜਗਿਆਸੂ ਸ਼ਰਧਾਲੂ ਰੂਪ ਦੇ ਅੰਦਰ ਜੇ ਅਸੀਂ ਵਿਚਾਰ ਕਰਕੇ ਵੇਖਦੇ ਹਾਂ ਅਤੇ ਕਿਸੇ ਵੀ ਗੁਰਸਿੱਖ ਨੂੰ ਇਹ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਇਹ ਗੁਰੂ ਕੀ ਬਾਣੀ ਕਿਉਂ ਜ਼ਰੂਰੀ ਹੈ, ਕਿਉਂਕਿ ਜਿਹੜਾ ਧਰਮ ਹੈ ਇਹ ਕਦੇ ਵੀ ਕਿਉਂ ਦੇ ਉੱਪਰ ਨਹੀਂ ਟਿਕਦਾ। ਇਸ ਦੇ ਲਈ ਹਮੇਸ਼ਾ ਸ਼ਰਧਾ, ਭਾਵਨਾ, ਵਿਸ਼ਵਾਸ, ਭਰੋਸਾ ਇਹ ਜਿਹੜੇ ਗੁਣ ਨੇ ਇਹ ਹੋਣੇ ਬਹੁਤ ਲਾਜ਼ਮੀ ਨੇ। ਇਸ ਤੋਂ ਬਿਨਾਂ ਜਿਹੜਾ ਗੁਰੂ ਔਰ ਸਿੱਖ ਦੇ ਅੰਦਰ ਜਿਹੜਾ ਪ੍ਰੇਮ ਹੈ ਉਹ ਕਦੇ ਵੀ ਫਲੀਭੂਤ ਨਹੀਂ ਹੋ ਸਕਦਾ। ਇਸ ਲਈ ਜਦੋਂ ਦੂਸਰੇ ਸ਼ਬਦਾਂ ਦੇ ਵਿੱਚ ਅਸੀਂ ਵਿਚਾਰ ਕਰਕੇ ਵੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਕੁਝ ਐਸੇ ਸ਼ਬਦ ਆਏ ਨੇ, ਕਿਉਂਕਿ ਜਿਹੜੀ ਆਦਿ ਬਾਣੀ ਹੈ ਉਸ ਦੇ ਅੰਦਰ ਕਈ ਐਸੇ ਸ਼ਬਦ ਹਨ ਜਿਨ੍ਹਾਂ ਨੂੰ ਪੂਰਨ ਤੌਰ 'ਤੇ ਸਮਝਣ ਦੇ ਲਈ ਸਾਨੂੰ ਜਿਹੜੇ ਹੋਰ ਧਰਮ ਗ੍ਰੰਥ ਹਨ ਉਹਨਾਂ ਨੂੰ ਵਾਚਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਉਹਨਾਂ ਨੂੰ ਵਿਚਾਰਨਾ ਹੋਵੇ, ਉਹਨਾਂ ਨੂੰ ਵਾਚਣਾ ਹੋਵੇ, ਪੜ੍ਹਨਾ ਹੋਵੇ, ਅਤੇ ਇਹ ਇੱਕ ਲਾਜ਼ਮੀ ਗੱਲ ਹੈ ਕਿ ਸਾਨੂੰ ਪੰਡਤਾਂ ਦੇ ਪਾਸ ਜਾ ਕੇ ਪੜ੍ਹਨਾ ਪਵੇਗਾ। ਪਰ ਸਤਿਗੁਰਾਂ ਨੇ ਸਾਡੇ ਉੱਪਰ ਐਸੀ ਮਹਾਨ ਬਖਸ਼ਿਸ਼ ਕੀਤੀ ਹੈ ਕਿ ਇੱਕ ਸੰਪੂਰਨ ਖਜ਼ਾਨਾ
ਸੰਪੂਰਨ ਜਿਹੜਾ ਗਿਆਨ ਹੈ ਸਾਨੂੰ ਇੱਕੋ ਗ੍ਰੰਥ ਦੇ ਵਿੱਚ ਸਾਨੂੰ ਵਿਚਾਰ ਕੇ ਉਸ ਨੂੰ ਉਲੱਥਾ ਕਰਕੇ ਸਾਡੇ ਤਾਈਂ ਉਹ ਬਖਸ਼ਿਸ਼ ਕਰ ਦਿੱਤਾ ਹੈ। ਜਿਵੇਂ ਅਸੀਂ ਪਾਵਨ ਬਾਣੀ ਦੇ ਅੰਦਰ ਬੇਅੰਤ ਐਸੇ ਸ਼ਬਦ ਪੜ੍ਹਦੇ ਹਾਂ ਜਿਹੜੇ ਸਿਰਫ ਸੂਤਰ ਰੂਪ ਦੇ ਅੰਦਰ ਟੂਕ ਮਾਤਰ ਆਏ ਨੇ। ਜਿਵੇਂ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਸਾਰਾ ਪੜ੍ਹਦੇ ਹਾਂ ਕਿ ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੈ ਸਜਾਏ। ਇਹ ਜਦੋਂ ਸ਼ਬਦ ਅਸੀਂ ਪੜ੍ਹਦੇ ਜਾਂਦੇ ਹਾਂ ਸਾਨੂੰ ਇਸ ਦੇ ਅਰਥਾਂ ਦੀ ਸਮਝ ਤਾਂ ਲੱਗ ਜਾਂਦੀ ਹੈ, ਪਰ ਇਸ ਦੇ ਅੰਦਰ ਅਸਲ ਕਹਾਣੀ ਕੀ ਹੈ, ਅਸਲ ਕੀ ਘਟਨਾ ਹੋਈ ਸੀ ਕਿ ਜਦੋਂ ਇਹ ਪਾਵਨ ਜਿਹੜੇ ਸ਼ਬਦ ਨੇ ਉਹਨਾਂ ਨੂੰ ਅਸੀਂ ਸਮਝ ਸਕੀਏ। ਉਹ ਜਿਹੜੀ ਘਟਨਾ ਹੈ ਉਹਨਾਂ ਨੂੰ ਜਾਂ ਤਾਂ ਅਸੀਂ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ ਉਹਨਾਂ ਵਿੱਚੋਂ ਅਸੀਂ ਪੜ੍ਹ ਸਕਦੇ ਹਾਂ, ਅਤੇ ਉਸ ਲਈ ਸਾਨੂੰ ਪਤਾ ਹੈ ਕਿ ਸਾਨੂੰ ਜਿਹੜੇ ਵਿਸ਼ਵ ਵਿਦਿਆਲੇ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਵਾਚਣਾ ਪਵੇਗਾ, ਜਾਂ ਫਿਰ ਹਰਿਦੁਆਰ, ਕਾਸ਼ੀ ਆਦਿਕ ਜਾ ਕੇ, ਮਥੁਰਾ ਆਦਿਕ ਜਾ ਕੇ ਪੜ੍ਹਨਾ ਪਵੇਗਾ। ਪਰ ਸਤਿਗੁਰਾਂ ਨੇ ਇਹਨਾਂ ਦਾ ਜਿਹੜਾ ਖੁਲਾਸਾ ਹੈ, ਜਿਵੇਂ ਪਹਿਲੀ ਪੰਕਤੀ ਆਈ ਹੈ ਕਿ ਸਹੰਸਰ ਦਾਨ ਦੇ ਇੰਦਰ ਰੋਆਇਆ, ਕਿ ਜਿਹੜਾ ਇਹ ਗੌਤਮ ਤਪਾ ਜੋ ਰਿਸ਼ੀ ਸੀ ਇਸ ਨੇ ਆਪਣੀ ਹਿੱਲਿਆ ਇਸਤਰੀ ਨੂੰ ਸ਼ਰਾਪ ਦੇ ਜਿਹੜਾ ਕੁਕਰਮ ਕਰਦਿਆਂ ਹੋਇਆਂ ਦੇਖਿਆ, ਅਤੇ ਜਿਹੜਾ ਇੰਦਰ ਸੀ ਉਸ ਨੂੰ ਬੜਾ ਭਾਰੀ ਸ਼ਰਾਪ ਦਿੱਤਾ। ਇਹ ਜਿਹੜੀ ਮਹਾਨ ਕਥਾ ਹੈ ਇਹ ਸਾਰੀ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦੀ ਹੈ। ਹੁਣ ਜੇ ਤਾਂ ਆਪਾਂ ਨੂੰ ਇਹ ਪਾਵਨ ਜਿਹੜੀ ਕਹਾਣੀ ਹੈ, ਸਾਖੀ, ਜੇ ਆਪਾਂ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹੀ ਹੋਵੇਗੀ ਤਾਂ ਇਸ ਆਦਿ ਬਾਣੀ ਦੀ ਸਾਨੂੰ ਸਮਝ ਆਵੇਗੀ, ਨਹੀਂ ਤਾਂ ਅਸੀਂ ਸਿਰਫ ਇਸ ਨੂੰ ਅਰਥ ਕਰਕੇ ਅੱਗੇ ਚਲੇ ਜਾਵਾਂਗੇ। ਇਸ ਲਈ ਜਿਵੇਂ ਆਪਾਂ ਇਹ ਪਾਵਨ ਪੰਕਤੀਆਂ ਪੜ੍ਹਦੇ ਹਾਂ ਕਿ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਹਿ ਲੰਕ ਗਵਾਏ, ਜਿਨ ਸੀਤਾ ਆਂਦੀ ਦੌਰੂ ਵਾਏ। ਕਿ ਇਸ ਪ੍ਰਕਾਰ ਵੀ ਰਾਵਣ ਨੂੰ ਕਿਹਨੇ ਮਾਰਿਆ ਔਰ ਜਿਹੜਾ ਸ਼੍ਰੀ ਰਾਮ ਚੰਦਰ ਸਨ ਉਹਨਾਂ ਨੂੰ ਕਿਵੇਂ ਘਰ ਤੋਂ ਨਿਕਾਲਾ ਮਿਲਿਆ, ਕਿਵੇਂ ਉਹ ਘਰ ਤੋਂ ਅਯੁੱਧਿਆ ਤੋਂ ਗਏ। ਇਹ ਜੇ ਤਾਂ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ, ਸਾਨੂੰ ਇਹਨਾਂ ਗੱਲਾਂ ਦਾ ਪਤਾ ਹੈ। ਜੇਕਰ ਕੋਈ ਨਵਾਂ ਵਿਦਿਆਰਥੀ ਹੋਵੇ ਉਹਨੂੰ ਇਹਨਾਂ ਚੀਜ਼ਾਂ ਦਾ ਨਾਂ ਪਤਾ ਹੋਵੇ ਤਾਂ ਫਿਰ ਉਹ ਕਿੱਥੋਂ ਪੜ੍ਹੇਗਾ। ਜੇ ਅਸੀਂ ਕਹਿ ਦਈਏ ਕਿ ਦਸਮ ਬਾਣੀ ਗੁਰੂ ਕ੍ਰਿਤ ਨਹੀਂ, ਅਤੇ ਆਪਾਂ ਫਿਰ ਉਹ ਚੀਜ਼ਾਂ ਕਿੱਥੋਂ ਪ੍ਰਾਪਤ ਕਰਾਂਗੇ। ਜਿਵੇਂ ਗੁਰਬਾਣੀ ਦੇ ਅੰਦਰ ਸਪਸ਼ਟ ਰੂਪ ਦੇ ਅੰਦਰ ਇਹ ਵੀ ਸ਼ਬਦ ਆਉਂਦੇ ਨੇ ਕਿ ਗੌਤਮ ਤਪਾ ਹਿੱਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਕਿ ਇਸ ਪ੍ਰਕਾਰ ਜਿਹੜਾ ਇੰਦਰ ਨੂੰ ਸ਼ਰਾਪ ਮਿਲਿਆ ਉਸ ਦੇ ਜਿਹੜੀਆਂ 1000 ਭਗਾਂ ਸਨ ਉਹ ਹੋ ਗਈਆਂ। ਇਹ ਸਾਰਾ ਪ੍ਰਸੰਗ ਜਦੋਂ ਅਸੀਂ ਦਸਮ ਬਾਣੀ ਦੇ ਵਿੱਚੋਂ ਜਿੰਨਾ ਚਿਰ ਨਾ ਪੜ੍ਹਾਂਗੇ ਸਾਨੂੰ ਇਹ ਸਮਝ ਗੋਚਰੇ ਨਹੀਂ ਹੋ ਸਕਦਾ। ਜਾਂ ਗੁਰਬਾਣੀ ਦੇ ਅੰਦਰ ਹੋਰ ਬੇਅੰਤ ਐਸੇ ਸ਼ਬਦ ਆਉਂਦੇ ਨੇ ਜਿਵੇਂ ਬ੍ਰਹਮਾ ਗਰਭ ਕੀਆ ਨਹੀਂ ਜਾਣਿਆ, ਵੇਦ ਕੀ ਬਿਪਤ ਪੜੀ ਪਛਤਾਨਿਆ, ਕਿ ਕਿਵੇਂ ਬ੍ਰਹਮਾ ਨੇ ਹੰਕਾਰ ਕੀਤਾ, ਕਿਉਂਕਿ ਬ੍ਰਹਮਾ ਨੂੰ ਇੱਕ ਵਾਰੀ ਇਹ ਹੰਕਾਰ ਹੋ ਗਿਆ ਸੀ ਕਿ ਜਿਹੜੇ ਇਹ ਵੇਦ ਬਾਣੀ ਹੈ ਇਸ ਨੂੰ ਮੈਂ ਉਚਾਰਨ ਕਰਦਾ ਹਾਂ, ਸਿਰਫ ਮੇਰੀ ਬੰਨੀ ਹੋਈ ਮਰਿਆਦਾ ਦੇ ਅਨੁਸਾਰ ਹੀ ਇਹ ਜਿਹੜਾ ਸੰਸਾਰ ਹੈ, ਇਹ ਜਿਹੜੀ ਸ੍ਰਿਸ਼ਟੀ ਚੱਲ ਰਹੀ ਹੈ। ਜਦੋਂ ਇਤਨਾ ਵੱਡਾ ਭਾਰੀ ਇਸ ਬ੍ਰਹਮੇ ਨੂੰ ਹੰਕਾਰ ਹੋਇਆ ਅਤੇ ਉਦੋਂ ਇਸ ਹੰਕਾਰ ਨੂੰ ਨਾਸ਼ ਕਰਨ ਦੇ ਲਈ ਇੱਕ ਸੰਖਾਸੁਰ ਨਾਮੇ ਦੈਂਤ ਪੈਦਾ ਹੋਇਆ। ਉਸ ਤੋਂ ਬਾਅਦ ਕੀ ਕੀਤਾ ਕਿ ਇਸ ਸੰਖਾਸੁਰ ਨਾਮੇ ਦੈਂਤ ਨੇ ਇਸ ਬ੍ਰਹਮਾ ਇੱਕ ਸੰਖ ਦੇ ਨਾਲ ਜਿਹੜੇ ਵੇਦ ਦੀਆਂ ਧੁਨਾਂ ਸਨ, ਆਵਾਜ਼ਾਂ ਸਨ, ਉਹਨਾਂ ਨੂੰ ਉਚਾਰਨ ਕਰਿਆ ਕਰਦਾ ਸੀ, ਅਤੇ ਇਸ ਨੂੰ ਇਸ ਜਿਹੜਾ ਸ਼ੰਖ ਸੀ ਇਸ ਦੀ ਧੁਨ ਦਾ ਬੜਾ ਮਾਣ ਸੀ ਕਿ ਮੈਂ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਧੁਨਾਂ ਉਚਾਰਨ ਕਰਦਾ ਹਾਂ, ਭਾਵ ਕਹਿ ਲਓ ਕਿ ਵੇਦ ਉਚਾਰਨ ਕਰਦਾ ਹਾਂ। ਅਤੇ ਇਸ ਦਾ ਹੰਕਾਰ ਮਿਟਣ ਦੇ ਲਈ ਇਸ ਸੰਖਾਸੁਰ ਦੈਂਤ ਨੇ ਕੀ ਕੀਤਾ ਕਿ ਇੱਕ ਵਾਰ ਬ੍ਰਹਮਾ ਆਰਾਮ ਕਰ ਰਹੇ ਸਨ ਅਤੇ ਉਸ ਵੇਲੇ ਇਸ ਸੰਖਾਸੁਰ ਦੈਂਤ ਨੇ ਉਸ ਦਾ ਜਿਹੜਾ ਸ਼ੰਖ ਸੀਗਾ ਜਿਸ ਦੇ ਦੁਆਰਾ ਧੁਨਾਂ ਉਚਾਰਨ ਕਰਦਾ ਸੀ ਉਸ ਨੂੰ ਆਪਣੇ ਪੇਟ ਦੇ ਵਿੱਚ ਪਾ ਲਿਆ ਅਤੇ ਜਾ ਕੇ ਫਿਰ ਸਮੁੰਦਰ ਦੇ ਵਿੱਚ ਪ੍ਰਵੇਸ਼ ਹੋ ਗਿਆ। ਉਸ ਤੋਂ ਬਾਅਦ ਕੀ ਕੀਤਾ ਕਿ ਇਸ ਬ੍ਰਹਮੇ ਨੂੰ ਜਦੋਂ ਜਾਗ ਆਈ ਤਾਂ ਉਸ ਵੇਲੇ ਵੇਖਿਆ ਕਿ ਜਿਹੜੇ ਵੇਦ ਆਦਿਕ ਦੀਆਂ ਸੁਰਤੀਆਂ ਸੀ ਇਹਨਾਂ ਨੂੰ ਸਾਰੀਆਂ ਵਿਸਰ ਗਈਆਂ। ਉਸ ਤੋਂ ਬਾਅਦ ਬੜਾ ਪਛਚਾਤਾਪ ਕਰਕੇ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਫਿਰ ਅਰਦਾਸਾਂ ਬੇਨਤੀਆਂ ਕੀਤੀਆਂ
ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਇਸ ਬ੍ਰਹਮਾ ਦੀ ਪੁਕਾਰ ਸੁਣ ਕਰਕੇ ਇੱਕ ਮੱਛ ਅਵਤਾਰ ਪੈਦਾ ਹੋਇਆ। ਉਸ ਤੋਂ ਬਾਅਦ ਇਸ ਮੱਛ ਨੇ ਕੀ ਕੀਤਾ ਕਿ ਉਸ ਸੰਖਾਸੁਰ ਦੈਂਤ ਜਿਹੜਾ ਉਸ ਵੇਲੇ ਸਮੁੰਦਰ ਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਸੀ, ਉਸ ਜਗ੍ਹਾ ਤੇ ਜਾ ਕੇ ਬੜਾ ਭਾਰੀ ਜੰਗ ਹੋਇਆ। ਉਸ ਤੋਂ ਬਾਅਦ ਇਸ ਮੱਛ ਅਵਤਾਰ ਨੇ ਉਸ ਸੰਖਾਸੁਰ ਨਾਮੇ ਦੈਂਤ ਦੇ ਪੇਟ ਦੇ ਵਿੱਚੋਂ ਜਿਹੜਾ ਉਹ ਸ਼ੰਖ ਕੱਢ ਕੇ ਬ੍ਰਹਮਾ ਨੂੰ ਆਣ ਕੇ ਦਿੱਤਾ, ਤੇ ਉਸ ਵੇਲੇ ਫਿਰ ਇਸ ਨੇ ਧੁਨੀਆਂ ਜਿਹੜੀਆਂ ਉਚਾਰਨ ਕੀਤੀਆਂ। ਸੋ ਇਸ ਪ੍ਰਕਾਰ ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਦਸਮ ਬਾਣੀ ਦੇ ਅੰਦਰ ਇਹ ਬਚਨ ਆਉਂਦੇ ਨੇ, ਸੰਖਾਸੁਰ ਮਾਰੇ ਵੇਦ ਉਧਾਰੇ ਛਤਰ ਸੰਘਾਰੇ ਜਸ ਲੀਨੋ ਦੇਵੇ ਸੋ ਬੁਲਾਇਓ ਰਾਜ ਬਿਠਾਇਓ ਛਤਰ ਫਿਰਾਇਓ ਸੁਖ ਦੀਨੋ ਕੋਟੰ ਬੱਜੇ ਬਾਜੇ ਸੁਰ ਸਭ ਭਜ ਗਾਜੇ ਸੁੰਭ ਘਰ ਸਾਜੇ ਸ਼ੋਕ ਹਰੇ ਦੈ ਕੋਟਕ ਦਛਨਾ ਕਰੋੜ ਪ੍ਰਦਛਨਾ ਆਨ ਸੋ ਮੱਚ ਕੇ ਪਾਏ ਪਰੇ। ਇਸ ਪ੍ਰਕਾਰ ਇਹ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ 959 ਪੰਨੇ ਤੇ ਅੰਗ ਤੇ ਇਹ ਜਿਹੜੀ ਪਾਵਨ ਰਚਨਾ ਹੈ ਆਉਂਦੀ ਹੈ। ਜੇ ਤਾਂ ਆਪਾਂ ਇਸ ਦੀ ਸੰਪੂਰਨ ਕਥਾ ਪੜ੍ਹੀ ਹੋਵੇਗੀ, ਵਿਚਾਰੀ ਹੋਵੇਗੀ, ਤਾਂ ਆਪਾਂ ਨੂੰ ਇਹ ਜਿਹੜੀਆਂ ਪਾਵਨ ਗੁਰਬਾਣੀ ਦੇ ਅੰਦਰ ਪੰਕਤੀਆਂ ਆਉਂਦੀਆਂ ਨੇ ਕਿ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ ਵੇਦ ਕੀ ਬਿਪਤ ਪੜੀ ਪੁਛਤਾਨਿਆ, ਫਿਰ ਤਾਂ ਆਪਾਂ ਨੂੰ ਇਹਨਾਂ ਦਾ ਜਿਹੜਾ ਅਸਲੀ ਭਾਵ ਹੈ ਉਹਦੀ ਸਮਝ ਆ ਸਕਦੀ ਹੈ, ਨਹੀਂ ਤਾਂ ਆਪਾਂ ਸਿਰਫ ਅਰਥਾਂ ਤੱਕ ਸੀਮਤ ਰਹਿ ਜਾਵਾਂਗੇ। ਇਸ ਲਈ ਦਸਮ ਬਾਣੀ ਦਾ ਪੜ੍ਹਿਆ ਹੋਣਾ ਬਹੁਤ ਲਾਜ਼ਮੀ ਹੈ। ਜਿਵੇਂ ਅੱਗੇ ਵੀ ਬਚਨ ਆਉਂਦੇ ਨੇ ਕਿ ਬਲ ਰਾਜਾ ਮਾਇਆ ਅਹੰਕਾਰੀ ਜੱਗਨ ਕਰੈ ਬਹੁ ਭਾਰ ਅਫਾਰੀ। ਇਹ ਸਾਰਾ ਪ੍ਰਸੰਗ ਜਿਵੇਂ ਦਸਮ ਬਾਣੀ ਦੇ ਅੰਦਰ ਖੋਲ ਕੇ ਮਹਾਰਾਜ ਨੇ ਲਿਖਿਆ ਹੈ, ਜਾਂ ਫਿਰ ਜਿਵੇਂ ਆਪਾਂ ਕੁਬਜਾ ਦੀ ਜਿਹੜੀ ਕਥਾ ਸੁਣਦੇ ਹਾਂ ਕਿ ਕੁਬਜਾ ਉਧਰੀ ਅੰਗੁਸ਼ਟ ਧਾਰ, ਕਿ ਕਿਵੇਂ ਜਿਹੜੀ ਕੁਬਜਾ ਸੀਗੀ ਉਸ ਨੂੰ ਕਿਵੇਂ ਸ਼੍ਰੀ ਕ੍ਰਿਸ਼ਨ ਨੇ ਉਸ ਦਾ ਪਾਰ ਉਤਾਰਾ ਕੀਤਾ, ਜਾਂ ਫਿਰ ਸ਼੍ਰੀ ਕ੍ਰਿਸ਼ਨ ਦੇ ਜੀਵਨ ਦੀ ਬਾਬਤ ਜਿਹੜੀਆਂ ਹੋਰ ਲੀਲਾਵਾਂ ਹਨ, ਰਾਸ ਲੀਲਾ ਹੈ, ਜਾਂ ਹੋਰ ਜਿਹੜੇ ਪ੍ਰਸੰਗ ਹਨ, ਜਾਂ ਫਿਰ ਜਿਵੇਂ ਆਪਾਂ ਪਾਵਨ ਗੁਰਬਾਣੀ ਦੇ ਅੰਦਰ ਇਹ ਬਚਨ ਪੜ੍ਹਦੇ ਹਾਂ ਕਿ ਜਿਵੇਂ ਪ੍ਰਹਿਲਾਦ ਤੇ ਹਰਨਾਕਸ਼ ਦੀ ਕਥਾ ਆਉਂਦੀ ਹੈ। ਜਿਵੇਂ ਆਦਿ ਬਾਣੀ ਦੇ ਅੰਦਰ ਇਹ ਪਾਵਨ ਪੰਕਤੀਆਂ ਆਉਂਦੀਆਂ ਨੇ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਤਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹਨਾਂ ਨੂੰ ਜਦੋਂ ਅਸੀਂ ਪੜ੍ਹਾਂਗੇ, ਵਿਚਾਰਾਂਗੇ, ਤਾਂ ਫਿਰ ਸਾਨੂੰ ਇਸ ਦੇ ਅਸਲ ਭਾਵ ਦੇ ਲਈ ਕਿ ਕਿਵੇਂ ਹਰਨਾਖਸ਼ ਔਰ ਇਸ ਦਾ ਪੁੱਤਰ ਜਿਹੜਾ ਪ੍ਰਹਿਲਾਦ ਸੀ ਉਸ ਦੇ ਨਾਲ ਕਿਵੇਂ ਸਾਰੀ ਘਟਨਾਕ੍ਰਮ ਹੁੰਦਾ ਹੈ, ਕਿਵੇਂ ਨਰਸਿੰਘ ਦਾ ਅਵਤਾਰ ਹੁੰਦਾ ਹੈ, ਇਹ ਸਾਰੀ ਅਸੀਂ ਰਚਨਾ ਦੀ ਵਿਚਾਰ ਅਸੀਂ ਤਾਂ ਸਮਝ ਸਕਦੇ ਹਾਂ ਜੇ ਅਸੀਂ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਰਚਨਾ ਨੂੰ ਪੜ੍ਹਿਆ ਹੋਵੇਗਾ। ਇਸ ਲਈ ਗੁਰਸਿੱਖੀ ਜੀਵਨ ਦੇ ਅੰਦਰ ਔਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਪਵਿੱਤਰ ਗੁਰਬਾਣੀ ਨੂੰ ਸਮਝਣ ਦੇ ਲਈ ਜਿਹੜੀ ਦਸਮ ਬਾਣੀ ਹੈ ਇਸ ਦਾ ਪੜ੍ਹਿਆ ਹੋਣਾ ਬਹੁਤ ਲਾਜ਼ਮੀ ਹੈ। ਔਰ ਇੱਕ ਆਪਣੇ ਆਪ ਦੇ ਅੰਦਰ ਜਿਹੜੀ ਦਸਮ ਬਾਣੀ ਹੈ ਬਹੁਤ ਮਹੱਤਤਾ ਰੱਖਦੀ ਹੈ, ਕਿਉਂਕਿ ਇਸ ਦੇ ਅੰਦਰ ਜਿਵੇਂ ਜਾਪ ਸਾਹਿਬ ਬਾਣੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਹੀ ਕੀਤੀਆਂ ਗਈਆਂ ਨੇ। ਹੁਣ ਇਹ ਸੀ, ਇੱਥੋਂ ਤੱਕ ਆਪਾਂ ਇਹ ਵਿਚਾਰ ਕੀਤੀ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਰਚਨਾ ਹੈ ਇਸ ਦੇ ਲਈ ਆਦਿ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੀ ਮਹੱਤਤਾ ਹੈ। ਇਸ ਤੋਂ ਅੱਗੇ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਇਸ ਦੇ ਲਿਖਣ ਦਾ ਹੋਰ ਕੀ ਕਾਰਨ ਹੈ। ਜਿਵੇਂ ਪਾਵਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਜੋ ਸਵੈ ਜਿਹੜੀ ਸੋਚ ਹੈ, ਵਿਚਾਰ ਹੈ, ਉਸ ਦੇ ਅਨੁਸਾਰ ਜਿਸ ਪ੍ਰਕਾਰ ਹਿੰਦੂ ਧਰਮ ਦੇ ਅੰਦਰ ਜਾਂ ਹੋਰ ਜਿਹੜੇ ਧਰਮ ਸ਼ਾਸਤਰ ਹਨ ਉਹਨਾਂ ਦੇ ਅੰਦਰ ਜਦੋਂ ਅਸੀਂ ਧਿਆਨ ਮਾਰ ਕੇ ਵੇਖਦੇ ਹਾਂ ਤਾਂ ਹਰ ਪ੍ਰਕਾਰ ਦਾ ਜਿਹੜਾ ਗ੍ਰੰਥ ਹੈ ਉਹ ਚਾਹੇ ਰਾਜਨੀਤੀ ਅਨੁਸਾਰ ਹੋਵੇ, ਚਾਹੇ ਉਹ ਧਰਮ ਯੁੱਧ ਦੇ ਅਨੁਸਾਰ ਹੋਵੇ, ਕਿਉਂਕਿ ਹਰ ਇੱਕ ਧਰਮ ਦਾ ਆਪੋ ਆਪਣਾ ਜਿਹੜਾ ਧਰਮ ਗ੍ਰੰਥ ਹੋਣਾ ਬਹੁਤ ਲਾਜ਼ਮੀ ਹੈ। ਜਿੱਥੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੀ ਕੁੱਲ ਕਾਇਨਾਤ ਦਾ, ਕੁੱਲ ਸ੍ਰਿਸ਼ਟੀ ਦਾ ਇਹ ਜੋ ਪਾਵਨ ਗ੍ਰੰਥ ਹੈ, ਉਸੇ ਤਰ੍ਹਾਂ ਹੀ ਇੱਕ ਖਾਲਸੇ ਧਰਮ ਦੇ ਲਈ ਜਿੱਥੇ ਸਤਿਗੁਰਾਂ ਨੇ ਸਾਨੂੰ ਸ਼ਸਤਰ ਪ੍ਰਦਾਨ ਕੀਤੇ ਨੇ,
ਉੱਥੇ ਸ਼ਾਸਤਰ, ਕਿਉਂਕਿ ਇੱਕ ਹੁੰਦੇ ਨੇ ਸ਼ਸਤਰ, ਇੱਕ ਹੁੰਦਾ ਹੈ ਸ਼ਾਸਤਰ। ਜਿਹੜੇ ਸ਼ਸਤਰ ਹੁੰਦੇ ਨੇ ਇਹ ਤਾਂ ਹੁੰਦੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਆਪਦੀ ਜਿਹੜੀ ਰੱਖਿਆ ਕਰ ਸਕਦੇ ਹਾਂ ਅਤੇ ਦੂਸਰੇ ਦੀ ਆਪਾਂ ਜਿਹੜੀ ਸਹਾਇਤਾ ਹੈ ਉਸ ਦਾ ਜਿਹੜੀ ਰੱਖਿਆ ਹੈ ਉਹ ਕਰ ਸਕਦੇ ਹਾਂ। ਅਤੇ ਦੂਸਰੇ ਹੁੰਦੇ ਨੇ ਸ਼ਾਸਤਰ। ਸ਼ਾਸਤਰ ਜਿਵੇਂ ਆਪਾਂ ਧਰਮ ਗ੍ਰੰਥ, ਉਹਨਾਂ ਨੂੰ ਆਪਾਂ ਸ਼ਾਸਤਰ ਆਖ ਦਿੰਦੇ ਹਾਂ। ਇਸ ਲਈ ਇੱਕ ਧਰਮ ਦਾ ਆਪਣਾ ਜਿਹੜਾ ਸ਼ਾਸਤਰ ਹੋਣਾ ਵੀ ਬਹੁਤ ਲਾਜ਼ਮੀ ਹੈ। ਉਸੇ ਪ੍ਰਕਾਰ ਹੀ ਸਤਿਗੁਰਾਂ ਨੇ ਗੁਰਸਿੱਖਾਂ ਨੂੰ, ਸਿੰਘਾਂ ਨੂੰ ਜਿੱਥੇ ਪਾਵਨ ਅੰਮ੍ਰਿਤ ਦੀ ਦਾਤ ਦੇ ਕਰਕੇ ਔਰ ਨਾਲ ਹੀ ਜੋ ਪਾਵਨ ਸ਼ਸਤਰ ਹਨ, ਕਕਾਰ ਹਨ, ਉਹਨਾਂ ਦੀ ਬਖਸ਼ਿਸ਼ ਕੀਤੀ ਹੈ। ਉੱਥੇ ਨਾਲ ਹੀ ਜਿਹੜੀ ਇਹ ਪਾਵਨ ਰਚਨਾ ਹੈ ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਵੀ ਕੀਤੀਆਂ ਨੇ, ਔਰ ਜਿਸ ਨੂੰ ਪੜ੍ਹਦਿਆਂ ਇੱਕ ਸਾਡੇ ਅੰਦਰ ਵੀਰ ਰਸ ਪੈਦਾ ਹੋ ਜਾਂਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਪੜ੍ਹ ਕੇ ਵੇਖਦੇ ਹਾਂ ਅਤੇ ਉਹਨਾਂ ਨੇ ਸਾਰੀ ਉਮਰ ਆਪਣੀ ਜੀਵਨ ਦੇ ਅੰਦਰ ਸ਼ਾਂਤਮਈ ਰਹਿ ਕਰਕੇ ਗੁਰਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸੇ ਪ੍ਰਕਾਰ ਹੀ ਬਾਕੀ ਗੁਰੂ ਸਾਹਿਬਾਨ ਪੰਜਵੇਂ ਪਾਤਸ਼ਾਹ ਤਾਂ ਕਰਦੇ ਆਏ ਨੇ। ਉਸ ਤੋਂ ਬਾਅਦ ਜਿਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਸੀ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੁਣ ਕੋਈ ਜੋ ਰਚਨਾ ਹੈ, ਜੋ ਬਾਣੀ ਹੈ, ਉਹ ਨਹੀਂ ਉਚਾਰਨ ਕਰਨਗੇ, ਸਿਰਫ ਇਸ ਪਾਵਨ ਗੁਰਬਾਣੀ ਦਾ ਪ੍ਰਚਾਰ ਕਰਨਗੇ ਔਰ ਦੁਸ਼ਟਾਂ ਦਾ ਨਾਸ਼ ਕਰਨਾ ਹੈ। ਇੱਦਾਂ ਹੀ ਅੱਗੇ ਰੀਤ ਚੱਲਦੀ ਆਈ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ ਕੁਝ ਜੋ ਜੰਗ ਹੈ ਔਰ ਕੁਝ ਜਿਹੜਾ ਸ਼ਾਂਤਮਈ ਪ੍ਰਚਾਰ ਹੈ ਉਹ ਹੁੰਦਾ ਆਇਆ। ਪਰ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਾਂ ਆਉਂਦਾ, ਕਿਉਂਕਿ ਜਿਵੇਂ ਆਪਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਐਸੀ ਹਾਲਤ ਹੋਈ ਸੀ ਕਿ ਰਾਜੇ ਸੀਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਓ, ਰਤ ਪਿੱਤ ਕੁੱਤੇ ਹੋ ਚੱਟ ਜਾਓ। ਕਿ ਜਿਹੜੇ ਰਾਜੇ ਸਨ ਔਰ ਉਹਨਾਂ ਦੇ ਜਿਹੜੇ ਅੱਗੇ ਅਹਿਲਕਾਰ ਸਨ ਉਹ ਇੱਕ ਬਘਿਆੜ ਦੀ ਤਰ੍ਹਾਂ ਔਰ ਕੁੱਤੇ ਵਾਂਗ ਜਿਹੜੇ ਬਣੇ ਹੋਏ ਸਨ। ਜਿਹੜੇ ਰਾਜੇ ਸਨ ਉਹ ਇੱਕ ਬਘਿਆੜ ਦੇ ਵਾਂਗ ਬਣੇ ਹੋਏ ਸਨ ਅਤੇ ਜਿਹੜੇ ਅੱਗੇ ਅਹਿਲਕਾਰ ਸਨ ਉਹਨਾਂ ਦਾ ਜਿਹੜਾ ਜੀਵਨ ਇੱਕ ਕੁੱਤਿਆਂ ਦੇ ਵਾਂਗ ਬੜਾ ਵਿਨਾਸ਼ਕਾਰੀ ਬਣ ਚੁੱਕਿਆ ਸੀ। ਇਹ ਸਾਰਿਆਂ ਕੁਛ ਨੂੰ ਵੇਖਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਪ੍ਰੇਮਾ ਭਗਤੀ ਆਦਿ ਬਾਣੀ ਦੇ ਅੰਦਰ ਦਰਸਾਈ ਗਈ, ਉੱਥੇ ਨਾਲ ਦਸਮ ਬਾਣੀ ਦੀ ਰਚਨਾ ਕਰਕੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਅੰਦਰ ਜਿਹੜਾ ਵੀਰ ਰਸ ਹੈ ਉਸ ਦੀ ਵੀ ਇੱਕ ਜਿਹੜੀ ਹੋਂਦ ਹੈ ਉਹ ਰੱਖੀ। ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਜਿੱਥੇ ਇੱਕ ਖਾਲਸੇ ਪੰਥ ਨੂੰ ਖਾਲਸਾ ਫੌਜ ਆਖਿਆ ਗਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਫੌਜ ਹੈ। ਅਤੇ ਜਦੋਂ ਅਸੀਂ ਫੌਜ ਨੂੰ ਵੇਖਦੇ ਹਾਂ ਅਤੇ ਫੌਜ ਦਾ ਕੀ ਕੰਮ ਹੁੰਦਾ ਹੈ ਕਿ ਜਿਹੜੇ ਦੁਸ਼ਟ ਜਰਵਾਣੇ ਹਨ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ, ਅਤੇ ਫੌਜ ਦਾ ਇੱਕ ਇਹ ਮੁੱਖ ਕਰਮ ਹੁੰਦਾ ਹੈ। ਅਤੇ ਫੌਜ ਦੇ ਕੋਲ ਆਪਣੇ ਹਥਿਆਰ ਸ਼ਸਤਰਾਂ ਤੋਂ ਬਿਨਾਂ ਉਹ ਪੂਰਾ ਇਹ ਕਾਰਜ ਨਹੀਂ ਕਰ ਸਕਦੀ। ਇਸ ਲਈ ਜਿੱਥੇ ਫੌਜ ਦੇ ਕੋਲ ਆਪਣੇ ਸ਼ਸਤਰ ਹੋਣੇ ਬਹੁਤ ਲਾਜ਼ਮੀ ਨੇ, ਉੱਥੇ ਇੱਕ ਫੌਜ ਦੀ ਪੂਰਨਤਾਈ ਦੇ ਲਈ, ਸੰਪੂਰਨ ਜਿਹੜਾ ਦ੍ਰਿਸ਼ਟੀਕੋਣ ਹੋਣ ਦੇ ਲਈ ਜਿਹੜੀ ਆਪਣੀ ਇੱਕ ਗ੍ਰੰਥ ਹੈ, ਆਪਣਾ ਇੱਕ ਰਚਨਾ ਹੈ, ਉਹ ਵੀ ਇੱਕ ਫੌਜ ਦੇ ਕੋਲ ਹੋਣੀ ਬਹੁਤ ਲਾਜ਼ਮੀ ਹੈ। ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ਸਤਰ ਦੇ ਨਾਲ ਸ਼ਾਸਤਰ ਪ੍ਰਦਾਨ ਕੀਤਾ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਇਸ ਪਾਵਨ ਬਾਣੀ ਦੇ ਅੰਦਰ ਵੀਰ ਰਸ ਪੈਦਾ ਕਰਨ ਵਾਲੀ ਇਹ ਬਾਣੀ ਜਿਹੜੀ ਮਹਾਨ ਰਚਨਾ ਹੈ ਇਸ ਨੂੰ ਰਚਿਆ। ਜਿੱਥੇ ਅਸੀਂ ਪਾਵਨ ਬਾਣੀ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰਾਂ ਵਾਲੇ ਬਚਨ ਪੜ੍ਹਦੇ ਹਾਂ। ਜਾਪ ਸਾਹਿਬ ਬਾਣੀ ਦੇ ਅੰਦਰ ਜਿਵੇਂ ਐਸੇ ਬਚਨ ਆਉਂਦੇ ਨੇ, ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਉਸੇ ਪ੍ਰਕਾਰ ਹੀ ਜਦੋਂ ਅਸੀਂ ਪਾਵਨ ਗੁਰਬਾਣੀ ਨੂੰ ਵੀਰ ਰਸੀ ਰੂਪ ਵਿੱਚ ਵੇਖਦੇ ਹਾਂ, ਜਿਹੜੇ ਵੀਰ ਰਸੀ ਬਚਨ ਹਨ ਉਹਨਾਂ ਨੂੰ ਵੀ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੇਸ਼ੁਮਾਰ ਅੰਕਿਤ ਕੀਤਾ ਹੈ
ਕਿ ਜਿਵੇਂ ਸੰਗੀਤ ਭੁਜੰਗ ਪ੍ਰਿਆਤ ਛੰਦ ਦੇ ਅੰਦਰ ਬਚਨ ਆਉਂਦੇ ਨੇ। ਕਗੜਦੰ ਕਾਤੀ ਕਟਾਰੀ ਕੜਾਕੰ ਤਗੜਦੰ ਤੀਰੰ ਤੁਪਕੰ ਤੜਾਕੰ ਝਗੜਦੰ ਨਗੜਦੰ ਬਗੜਦੰ ਬਾਜੇ ਗਗੜਦੰ ਗਾਜੇ ਮਹਾਂ ਗੱਜ ਗਾਜੇ। ਜਾਂ ਜਿਵੇਂ ਆਪਾਂ ਅੱਗੇ ਬਚਨ ਪੜ੍ਹਦੇ ਹਾਂ, ਨਰਾਜ ਛੰਦ ਜਿਤੇਕ ਰੂਪ ਧਾਰਿਯੰ ਤਤੇਕ ਦੇਵ ਮਾਰਿਯੰ ਜਿਤੇਕੇ ਰੂਪ ਧਾਰਹੀ ਤਿਤਿਓ ਦੁਰਗਾ ਸੰਘਾਰਹੀ। ਇੱਦਾਂ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ, ਵਿਚਾਰ ਕੇ ਵੇਖਦੇ ਹਾਂ, ਅਤੇ ਸਾਡੇ ਸਾਹਮਣੇ ਪਾਵਨ ਗੁਰਬਾਣੀ ਦੇ ਅੰਦਰ ਜਿਹੜੇ ਬੀਰ ਰਸੀ ਸ਼ਬਦ ਹਨ ਉਹ ਬੇਅੰਤ ਆਉਂਦੇ ਨੇ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਜੋ ਪ੍ਰੇਮਾ ਭਗਤੀ ਦੇ ਨਾਲ ਨਾਲ ਸਿੰਘਾਂ ਦੇ ਅੰਦਰ ਬੀਰ ਰਸ ਪੈਦਾ ਕਰਨ ਦੇ ਲਈ ਇਹ ਪਾਵਨ ਜਿਹੜੀ ਗੁਰਬਾਣੀ ਹੈ ਇਸ ਦੀ ਰਚਨਾ ਕੀਤੀ। ਕਿਉਂਕਿ ਸਤਿਗੁਰੂ ਜੀ ਆਪਣੇ ਖਾਲਸੇ ਪੰਥ ਨੂੰ ਸੰਪੂਰਨ ਤੌਰ 'ਤੇ ਇੱਕ ਸੰਪੂਰਨ ਵਡਿਆਈ, ਸੰਪੂਰਨ ਜਿਹੜੀ ਬਖਸ਼ਿਸ਼ ਹੈ ਉਹ ਬਖਸ਼ਣਾ ਚਾਹੁੰਦੇ ਸਨ। ਜਿਵੇਂ ਸਤਿਗੁਰਾਂ ਨੇ ਖਾਲਸੇ ਦੀ ਬਾਬਤ ਬਚਨ ਲਿਖੇ ਹਨ ਕਿ ਖਾਲਸਾ ਕੈਸਾ ਹੋਣਾ ਚਾਹੀਦਾ ਹੈ। ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਸੰਪੂਰਨ ਜੋ ਖਾਲਸੇ ਦੀ ਮਹਿਮਾ ਦਾ ਵਰਣਨ ਵੀ ਦਸਮ ਬਾਣੀ ਦੇ ਵਿੱਚ ਕੀਤਾ ਹੈ। ਸੋ ਜਿਵੇਂ ਰਹਿਤਨਾਮਿਆਂ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਰਹਿਤ ਸਹਿਤ ਪੰਚ ਜਹ ਮਿਲੇ ਮਮ ਸਰੂਪ ਤਹ ਦੇਖੋ ਭਲੇ। ਜਾਂ ਫਿਰ ਇਹ ਬਚਨ ਆਉਂਦੇ ਹਨ ਕਿ ਪਾਂਚ ਸਿੰਘ ਅੰਮ੍ਰਿਤ ਕੋ ਦੇਵੈ ਤਾਂ ਕੋ ਸਿਦਕ ਧਾਰ ਸ਼ਕ ਪੁਨ ਲੇਵੈ। ਪੁਨ ਪਾਂਚੋ ਮਿਲ ਰਹਿਤ ਜੋ ਭਾਖੈ ਤਾ ਕੋ ਮਨ ਮੈਂ ਦ੍ਰਿੜ ਕਰ ਰੱਖੈ। ਜਿਵੇਂ ਸ਼੍ਰੀ ਜਾਪ ਸਾਹਿਬ ਬਾਣੀ ਦੇ ਅੰਦਰ ਇਹ ਪਾਵਨ ਬਚਨ ਆਉਂਦੇ ਹਨ ਕਿ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ। ਜਾਂ ਫਿਰ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ। ਕਿ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਤਾਈਂ ਸਾਡੀ ਨਮਸਕਾਰ ਹੈ। ਜਿਹੜਾ ਕਿਰਪਾਲੂ ਹੈ ਪਰਮੇਸ਼ਰ ਵਾਹਿਗੁਰੂ ਉਸ ਦੇ ਤਾਈਂ ਸਾਡੀ ਨਮਸਕਾਰ ਹੈ। ਜਿਹੜਾ ਅਰੂਪ ਹੈ ਅਕਾਲ ਹੈ, ਜਿਹੜਾ ਕਿਸੇ ਚਿੰਨ੍ਹ ਆਦਿਕ ਰੂਪ ਆਦਿਕ ਤੋਂ ਰਹਿਤ ਹੈ ਉਸ ਨੂੰ ਸਾਡੀ ਨਮਸਕਾਰ ਹੈ। ਜਾਂ ਜਿਹੜਾ ਨਮਸਤੰ ਅਨੂਪੇ ਜਿਹੜਾ ਉਪਮਾ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਉਸ ਦੇ ਤਾਈਂ ਸਾਡੀ ਨਮਸਕਾਰ ਹੈ। ਸੋ ਇਸ ਪ੍ਰਕਾਰ ਸਤਿਗੁਰਾਂ ਨੇ ਇਹ ਪਾਵਨ ਜਿੱਥੇ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਜਿੱਥੇ ਸਤਿਗੁਰਾਂ ਨੇ ਸਾਨੂੰ ਬਾਣੇ ਦੇ ਨਾਲ ਜੋੜਿਆ ਹੈ, ਸ਼ਸਤਰਾਂ ਦੇ ਨਾਲ ਜੋੜਿਆ ਹੈ, ਉੱਥੇ ਨਾਲ ਨਾਲ ਜਿੱਥੇ ਪ੍ਰੇਮਾ ਭਗਤੀ ਦੇ ਵਿੱਚ ਸੰਪੂਰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਉੱਥੇ ਨਾਲ ਨਾਲ ਸਾਨੂੰ ਜੋ ਪਾਵਨ ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਔਰ ਸ਼੍ਰੀ ਸਰਬਲੋਹ ਗ੍ਰੰਥ ਦੀ ਜੋ ਪਾਵਨ ਰਚਨਾ ਹੈ ਉਸ ਨੂੰ ਰਚ ਕਰਕੇ ਸਾਡੇ ਤਾਈਂ ਪ੍ਰਦਾਨ ਕੀਤਾ ਹੈ। ਸੋ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਨ। ਸਤਿਗੁਰਾਂ ਨੇ ਆਪ ਹੀ ਇਸ ਬਾਣੀ ਨੂੰ ਲਿਖਣ ਦੀ ਇੱਕ ਮਹਾਨ ਪੰਕਤੀ ਸਾਡੇ ਤਾਈਂ ਰੱਖੀ ਹੈ ਕਿ ਅਸਲ ਦੇ ਵਿੱਚ ਇਸ ਦਾ ਕਾਰਨ ਕੀ ਸੀ, ਜਿਸ ਨੂੰ ਆਪਾਂ ਮੰਗਲ ਰੂਪ ਦੇ ਵਿੱਚ ਵੀ ਸਰਵਣ ਕੀਤਾ ਹੈ ਕਿ ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੀ ਪ੍ਰਭ ਧਰਮ ਜੁੱਧ ਕੇ ਚਾਏ। ਕਿ ਇਹ ਅਸੀਂ ਧਰਮ ਦੀ ਇੱਛਾ ਦੇ ਸੰਯੁਕਤ ਹੋ ਕਰਕੇ ਇਹ ਪਾਵਨ ਬਾਣੀ ਦੀ ਰਚਨਾ ਕੀਤੀ ਹੈ। ਸੋ ਇਸ ਨੂੰ ਪੜ੍ਹ ਸੁਣ ਕਰਕੇ ਆਪ ਵਿਚਾਰ ਕਰਕੇ ਅੱਗੇ ਗੁਰਸਿੱਖਾਂ ਨੂੰ ਇਸ ਪਾਵਨ ਗੁਰਬਾਣੀ ਦੀ ਬਾਬਤ ਦੱਸਣਾ ਕਰੀਏ, ਜਿਸ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚੋਂ ਪ੍ਰਚਾਰ ਦੀ ਜੋ ਲਹਿਰ ਹੈ ਉਸ ਨੂੰ ਸ਼ੁਰੂ ਕਰ ਸਕਦੇ ਹਾਂ, ਜਿਸ ਦੇ ਨਾਲ ਸਾਡੀ ਗੁਰੂ ਉੱਪਰ ਪੂਰਨ ਸ਼ਰਧਾ ਵੱਜ ਸਕੇ ਔਰ ਨਾਲ ਹੀ ਜੋ ਗੁਰੂ ਦੀ ਸੰਪੂਰਨ ਪ੍ਰੇਮਾ ਭਗਤੀ ਹੈ ਔਰ ਗੁਰੂ ਜੀ ਦੀ ਜੋ ਖੁਸ਼ੀ ਹੈ ਸਾਡੇ ਤਾਈਂ ਉਹ ਪ੍ਰਾਪਤ ਹੋ ਸਕੇ, ਜਿਸ ਦੇ ਨਾਲ ਸਾਡਾ ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਸਕੇ। ਬਚਨ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸਾਹਿਬਾਨ ਆਪ ਗੁਰਸੰਗਤ ਬਖਸ਼ਣਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।